ਹੁਣ ਅਸੀਂ ਗੱਲ ਕਰਦੇ ਹਾਂ ਵਿਧਾਨਿਕ ਵਿਧੀ ਦੀ, ਮਤਲਬ ਕਿ ਕਾਨੂੰਨ ਕਿਵੇਂ ਬਣਾਏ ਜਾਂਦੇ ਨੇ। ਬਿੱਲ ਪਾਸ ਹੁੰਦੇ ਆ, ਤੁਹਾਨੂੰ ਸ਼ਾਰਟ ਕੁਐਸਚਨ ਆ, ਸਧਾਰਨ ਬਿੱਲ ਕਿਵੇਂ ਪਾਸ ਹੁੰਦਾ, ਸ਼ਾਰਟ ਕੁਐਸਚਨ ਆ ਇਹ। ਠੀਕ, ਮੁੱਖ ਰੂਪ ਨਾਲ ਬਿੱਲ ਦੋ ਪ੍ਰਕਾਰ ਦੇ ਹੁੰਦੇ ਆ, ਸਧਾਰਨ ਬਿੱਲ ਤੇ ਵਿੱਤੀ ਬਿੱਲ। ਜਿਨ੍ਹਾਂ ਬਿੱਲਾਂ ਦਾ ਸੰਬੰਧ ਧਨ ਨਾਲ ਨਹੀਂ ਹੁੰਦਾ ਉਹਨਾਂ ਨੂੰ ਸਧਾਰਨ ਬਿੱਲ ਕਿਹਾ ਜਾਂਦਾ ਹੈ। ਵਿੱਤ ਦਾ ਮਤਲਬ ਵੀ ਫਾਈਨਾਂਸ ਜਾਂ ਪੈਸਾ ਹੁੰਦਾ ਹੈ। ਵਿੱਤ ਉਹ ਹੁੰਦੇ ਹਨ ਜਿਨ੍ਹਾਂ ਦਾ ਸੰਬੰਧ ਸਰਕਾਰ ਦੇ ਖਰਚੇ ਕਰ ਲਗਾਉਣ ਜਾਂ ਉਹਨਾਂ ਵਿੱਚ ਸੋਧ ਕਰਨ ਜਾਂ ਸਮਾਪਤ ਕਰਨ ਜਾਂ ਕਰਜ਼ਾ ਲੈਣ ਨਾਲ ਹੁੰਦਾ। ਵਿੱਤ ਦਾ ਮਤਲਬ ਵੀ ਪੈਸੇ ਨਾਲ ਸੰਬੰਧਿਤ ਬਿੱਲ ਹੁੰਦਾ। ਇਹਨਾਂ ਦੋਵਾਂ ਪ੍ਰਕਾਰ ਦੇ ਬਿੱਲਾਂ ਨੂੰ ਪੇਸ਼ ਤੇ ਪਾਸ ਕਰਨ ਦੀਆਂ ਵੱਖ ਵੱਖ ਵਿਧੀਆਂ ਹਨ। ਇਹਨੂੰ ਕਿੱਥੇ ਪੇਸ਼ ਕੀਤਾ ਜਾ ਸਕਦਾ ਤੇ ਕਿਵੇਂ ਪਾਸ ਕੀਤਾ ਜਾਂਦਾ, ਦੋਨਾਂ ਦੇ ਢੰਗ ਅਲੱਗ ਅਲੱਗ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਧਾਰਨ ਬਿੱਲ ਦੀ। ਸਧਾਰਨ ਬਿੱਲ ਨੂੰ, ਇਹ ਸ਼ਾਰਟ ਕੁਐਸਚਨ ਆਉਂਦਾ, ਸਧਾਰਨ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾਂਦਾ, ਚਾਹੇ ਤਾਂ ਤੁਸੀਂ ਇਹਨੂੰ ਲੋਕ ਸਭਾ ਵਿੱਚ ਪੇਸ਼ ਕਰ ਦਿਓ ਜਾਂ ਇਹਨੂੰ ਤੁਸੀਂ ਰਾਜ ਸਭਾ ਵਿੱਚ ਵੀ ਪੇਸ਼ ਕਰ ਸਕਦੇ ਹੋ। ਕਲੀਅਰ। ਸੰਸਦ ਦੇ ਕਿਸੇ ਵੀ ਕਾਨੂੰਨ ਸੰਬੰਧੀ ਪ੍ਰਸਤਾਵ ਨੂੰ ਬਿੱਲ ਕਿਹਾ ਜਾਂਦਾ ਹੈ। ਬਿੱਲ ਕਿਸੇ ਮੰਤਰੀ ਜਾਂ ਮੈਂਬਰ ਵੱਲੋਂ ਪੇਸ਼ ਕੀਤਾ ਜਾਂਦਾ, ਕੋਈ ਵੀ ਨਹੀਂ ਜਾ ਕੇ, ਸਿਰਫ ਮੰਤਰੀ ਜਾਂ ਤਾਂ ਕੋਈ ਲੋਕ ਸਭਾ ਦਾ ਮੈਂਬਰ ਹੋਊਗਾ ਜਾਂ ਰਾਜ ਸਭਾ ਦਾ, ਉਹੀ ਪੇਸ਼ ਕਰ ਸਕਦਾ। ਬਿੱਲ ਪੇਸ਼ ਹੋਣ 'ਤੇ ਇਹਨੂੰ ਕਈ ਪੜਾਵਾਂ ਵਿੱਚੋਂ, ਮਤਲਬ ਕਿ ਸਟੈਪਸ ਵਿੱਚੋਂ ਲੰਘਣਾ ਪੈਂਦਾ, ਸਟੈਪਸ ਹੁੰਦੇ ਹਨ, ਅਤੇ ਹਰ ਪੜਾਅ 'ਤੇ ਇਸ ਬਾਰੇ ਵਿਚਾਰ ਹੁੰਦਾ ਹੈ। ਵੱਖ ਵੱਖ ਦਲਾਂ ਦੇ ਮੈਂਬਰ ਬਿੱਲ 'ਤੇ ਆਪਣੇ ਵਿਚਾਰ ਪ੍ਰਗਟਾਉਂਦੇ ਹਨ ਅਤੇ ਸੁਝਾਅ ਦਿੰਦੇ। ਹਰ ਇੱਕ ਮੈਂਬਰ ਆਪਣੇ ਵਿਚਾਰ ਦੱਸਦੇ ਨੇ ਅਤੇ ਉਹਦਾ ਸੁਝਾਅ ਵੀ ਦਿੰਦੇ ਨੇ ਸੁਧਾਰ ਕਰਨ ਦੇ ਸੰਬੰਧੀ ਇਹਦੇ ਵਿੱਚ। ਪਹਿਲਾਂ ਦੇਖੋ, ਸਧਾਰਨ ਬਿੱਲ ਨੂੰ ਪਾਸ ਹੋਣ ਤੋਂ ਪਹਿਲਾਂ ਕੁਝ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾ ਪੜਾਅ ਹੁੰਦਾ ਬਿੱਲ ਦਾ ਪੇਸ਼ ਹੋਣਾ। ਠੀਕ, ਪਹਿਲਾ ਪੜਾਅ ਹੋ ਗਿਆ। ਇਸ ਦੀ ਪਹਿਲੀ ਪੜ੍ਹਤ ਇਸ ਦਾ ਪਹਿਲਾ ਪੜਾਅ ਹੈ, ਮਤਲਬ ਕਿ ਸਭ ਤੋਂ ਪਹਿਲਾਂ ਬਿੱਲ ਨੂੰ ਪੜ੍ਹਿਆ ਜਾਂਦਾ। ਜਦੋਂ ਸਦਨ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਦੇ ਉਦੇਸ਼ ਅਤੇ ਪੇਸ਼ ਕਰਨ ਦੇ ਕਾਰਨ ਦੱਸੇ ਜਾਂਦੇ, ਮਤਲਬ ਕਿ ਸਭ ਤੋਂ ਪਹਿਲੇ ਪੜਾਅ ਵਿੱਚ ਬਿੱਲ ਪੇਸ਼ ਕੀਤਾ ਜਾਂਦਾ, ਉਹਨੂੰ ਪੜ੍ਹਿਆ ਜਾਂਦਾ, ਇਹਨੂੰ ਕਿਉਂ ਬਣਾਇਆ ਗਿਆ ਇਹ ਦੱਸਿਆ ਜਾਂਦਾ ਅਤੇ ਪੇਸ਼ ਕਰਨ ਦੇ ਕਾਰਨ ਵੀ ਦੱਸੇ ਜਾਂਦੇ ਆ। ਬਿੱਲ ਦੇ ਇਸ ਪੜਾਅ 'ਤੇ ਬਹਿਸ ਨਹੀਂ ਹੁੰਦੀ, ਕੋਈ ਵੀ ਬਹਿਸ ਨਹੀਂ ਕੀਤੀ ਜਾਂਦੀ, ਸਿਰਫ ਇਹਨੂੰ ਪੜ੍ਹਿਆ ਜਾਂਦਾ। ਅਗਰ ਸਦਨ ਬਿੱਲ 'ਤੇ ਸਹਿਮਤ ਹੋ ਜਾਂਦਾ ਹੈ ਤਾਂ ਬਿੱਲ ਅਗਲੇ ਪੜਾਅ ਵੱਲ ਚਲਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਬਿੱਲ ਦੀ ਪਹਿਲੀ ਪੜ੍ਹਤ ਕਿਹਾ ਜਾਂਦਾ ਹੈ। ਠੀਕ, ਇੰਨੇ ਲਿਖਾਂਗੇ ਵੀ ਇਹਦੇ ਵਿੱਚ ਪਹਿਲੀ ਪੜ੍ਹਤ ਵਿੱਚ ਸਿਰਫ ਇਹਨੂੰ ਪੜ੍ਹਿਆ ਜਾਂਦਾ, ਉਦੇਸ਼ ਦੱਸੇ ਜਾਂਦੇ ਆ ਅਤੇ ਇਹ 'ਤੇ ਕੋਈ ਬਹਿਸ ਨਹੀਂ ਹੁੰਦੀ। ਫਿਰ ਬਿੱਲ ਦੂਜੇ ਪੜਾਅ 'ਤੇ ਚਲੇ ਜਾਂਦਾ, ਬਿੱਲ ਦੀ ਦੂਜੀ ਪੜ੍ਹਤ। ਦੂਜੀ ਪੜ੍ਹਤ ਵਿੱਚ ਕੀ ਹੁੰਦਾ, ਇਸ ਬਿੱਲ 'ਤੇ ਬਹਿਸ ਹੁੰਦੀ ਹੈ। ਬਿੱਲ ਦੇ ਹਰੇਕ ਅਨੁਛੇਦ ਜਾਂ ਧਾਰਾ, ਹਰ ਇੱਕ ਪਹਿਲੂ ਨੂੰ ਦੇਖਿਆ ਜਾਂਦਾ, ਉਹਦੇ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਨੇ ਜਦੋਂ ਲੋੜ ਹੋਵੇ। ਵਿਸਤਾਰ ਨਾਲ ਬਹਿਸ ਕੀਤੀ ਜਾਂਦੀ ਹੈ। ਇਸ ਪੜਾਅ ਉੱਤੇ ਬਿੱਲ ਵਿੱਚ ਕੁਝ ਪਰਿਵਰਤਨ ਵੀ ਕੀਤੇ ਜਾਂਦੇ, ਕੁਝ ਚੇਂਜਿਸ ਵੀ ਕੀਤੇ ਜਾ ਸਕੇ, ਜੇ ਲੋੜ ਹੋਵੇ ਤਾਂ ਇਹਦੇ ਵਿੱਚ ਚੇਂਜਿਸ ਵੀ ਕੀਤੇ ਜਾ ਸਕਦੇ ਹਨ। ਕਈ ਵਾਰੀ ਬਿੱਲ ਵਿਸ਼ੇਸ਼ ਜਾਂ ਕਿਸੇ ਛੋਟੀ ਕਮੇਟੀ ਪਾਸ ਭੇਜ ਦਿੱਤਾ ਜਾਂਦਾ ਹੈ। ਜੇ ਬਿੱਲ ਦੀਆਂ ਧਾਰਾਵਾਂ ਧਿਆਨ ਨਾਲ ਘੋਖ ਕੇ ਆਪਣੀਆਂ ਸਿਫਾਰਸ਼ਾਂ ਸਹਿਤ ਸਦਨ ਨੂੰ ਪੇਸ਼ ਕੀਤੀ ਜਾਂਦੀ ਹੈ। ਤੁਸੀਂ ਸਿਰਫ ਇੰਨਾ ਲਿਖੋ ਕਿ ਦੂਜੀ ਪੜ੍ਹਤ ਦੇ ਨਾਲ ਕੀ ਹੁੰਦਾ, ਉਹਦੀ ਹਰੇਕ ਧਾਰਾ ਉੱਤੇ ਬਹਿਸ ਹੁੰਦੀ ਹੈ। ਜੇ ਲੋੜ ਪਵੇ ਤਾਂ ਇਹਦੇ ਵਿੱਚ ਪਰਿਵਰਤਨ ਕੀਤੇ ਜਾਂਦੇ ਹਨ। ਜੇ ਲੋੜ ਪਰਿਵਰਤਨ ਕੀਤੇ ਜਾਂਦੇ ਆ ਅਤੇ ਇਹਨੂੰ ਉੱਚ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ। ਵਿਸ਼ੇਸ਼ ਛੱਡ ਦਿਓ, ਇੱਥੇ ਕੀ ਲਿਖਿਓ, ਉੱਚ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ। ਨੈਕਸਟ ਆ ਜਾਂਦੀ ਫਿਰ ਬਿੱਲ ਚਲਿਆ ਜਾਂਦਾ ਤੀਸਰੀ ਪੜਾਅ ਦੇ ਵਿੱਚ। ਇਸ ਉਪਰੰਤ ਬਿੱਲ ਦੀ ਤੀਜੀ ਪੜ੍ਹਤ ਹੁੰਦੀ ਹੈ, ਤੀਜਾ ਪੜਾਅ ਆ ਜਾਂਦਾ। ਠੀਕ ਆ, ਤੀਜਾ ਪੜਾਅ ਹੁੰਦਾ। ਇਸ ਪੜਾਅ 'ਤੇ ਸਮੁੱਚੇ ਤੌਰ 'ਤੇ ਬਿੱਲ 'ਤੇ ਵੋਟਾਂ ਪਾਈਆਂ ਜਾਂਦੀਆਂ, ਵੋਟਿੰਗ ਕੀਤੀ ਜਾਂਦੀ ਹੈ। ਜੇਕਰ ਸਦਨ ਦਾ ਬਹੁਮਤ ਬਿੱਲ ਪਾਸ ਕਰ ਦੇਵੇ ਤਾਂ ਇਹ ਬਿੱਲ ਪਾਸ ਹੋ ਜਾਂਦਾ। ਜੇ ਇਹਨੂੰ ਵੱਧ ਤੋਂ ਵੱਧ ਵੋਟ ਮਿਲਣ 'ਤੇ ਇਹ ਜਿਹੜਾ ਬਿੱਲ ਆ ਪਾਸ ਹੋ ਜਾਂਦਾ ਅਤੇ ਇਹਨੂੰ ਲੋਕ ਸਭਾ ਤੋਂ, ਕੀ ਕਹਿੰਦੇ, ਇਹਨੂੰ ਦੇਖੋ, ਲੋਕ ਸਭਾ ਤੋਂ ਰਾਜ ਸਭਾ ਵਿੱਚ ਭੇਜ ਦਿੱਤਾ ਜਾਂਦਾ ਹੈ। ਠੀਕ, ਇੱਕ ਸਦਨ ਵਿੱਚੋਂ ਪਾਸ ਹੋਣ ਉਪਰੰਤ ਬਿੱਲ ਦੂਸਰੇ ਸਦਨ ਵਿੱਚ ਵਿਚਾਰ ਕਰਨ ਲਈ ਭੇਜਿਆ ਜਾਂਦਾ। ਇੱਕ ਸਦਨ ਤੋਂ ਪਾਸ ਹੋ ਗਿਆ, ਇੱਕ ਸਦਨ ਤੋਂ ਪਾਸ ਹੋਇਆ ਤਾਂ ਇਹਨੂੰ ਦੂਜੇ ਸਦਨ ਵਿੱਚ ਭੇਜਿਆ ਜਾਂਦਾ ਹੈ। ਦੂਜੇ ਸਦਨ ਵਿੱਚ ਵੀ ਇਹਨੂੰ ਉਹੀ ਪਹਿਲਾ, ਦੂਜਾ, ਤੀਜਾ ਪੜਾਅ ਵਿੱਚੋਂ ਲੰਘਣਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਇਹ ਪਹਿਲਾਂ ਨਿਕਲ ਕੇ ਆਇਆ ਸੀ। ਜੇ ਇਹ ਸਦਨ ਵੀ ਜਿਹੜਾ ਬਿੱਲ ਪਾਸ ਕਰ ਦਿੰਦਾ ਤਾਂ ਰਾਸ਼ਟਰਪਤੀ ਕੋਲ ਭੇਜ ਦਿੱਤਾ ਜਾਂਦਾ। ਜੇ ਰਾਸ਼ਟਰਪਤੀ ਨੂੰ ਮਨਜ਼ੂਰ ਕੀਤਾ ਹੋ ਜਾਂਦਾ ਤਾਂ ਇਹਨੂੰ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਬਿੱਲ ਕਾਨੂੰਨ ਬਣ ਜਾਂਦਾ। ਤਾਂ ਉਹ ਕੀ ਕਰਦਾ, ਮਨਜ਼ੂਰੀ ਲਈ ਸਿਗਨੇਚਰ ਕਰਦਾ ਅਤੇ ਫਿਰ ਉਹਨੂੰ ਪਾਸ ਕਰ ਦਿੰਦਾ ਅਤੇ ਕਾਨੂੰਨ ਬਣ ਜਾਂਦਾ ਹੈ। ਕਲੀਅਰ ਆ।
ਹੁਣੇ ਆਪਾਂ ਗੱਲ ਕੀਤੀ ਸੀ ਸਧਾਰਨ ਬਿੱਲ ਦੀ, ਜਿਹਦੇ 3 ਪੜਾਅ ਹੁੰਦੇ ਆ। ਪਹਿਲੇ ਪੜਾਅ ਵਿੱਚ ਉਹਨੂੰ ਪੜ੍ਹਿਆ ਜਾਂਦਾ, ਉਹਦੇ ਉਦੇਸ਼ ਦੱਸੇ ਜਾਂਦੇ ਆ। ਫਿਰ ਦੂਜੇ ਪੜਾਅ ਦੇ ਉੱਤੇ ਕੋਈ ਬਹਿਸ ਨਹੀਂ ਕੀਤੀ ਜਾਂਦੀ। ਦੂਜੇ ਪੜਾਅ ਵਿੱਚ ਉੱਤੇ ਬਹਿਸ ਕੀਤੀ ਜਾਂਦੀ ਹੈ ਅਤੇ ਲੋੜ ਹੋਵੇ ਤਬਦੀਲੀਆਂ ਕੀਤੀਆਂ ਜਾਂਦੀਆਂ ਅਤੇ ਉਹਨੂੰ ਉੱਚ ਕਮੇਟੀ ਨੂੰ ਸੌਂਪਿਆ ਜਾਂਦਾ। ਫਿਰ ਉੱਤੇ ਜੇ ਪਾਸ ਹੋ ਜਾਵੇ ਤਾਂ ਉਹਨੂੰ ਤੀਸਰੇ ਪੜਾਅ ਦੇ ਉੱਤੇ ਵੋਟਿੰਗ ਕੀਤੀ ਜਾਂਦੀ ਹੈ। ਜੇ ਉੱਥੋਂ ਪਾਸ ਹੋ ਜਾਵੇ ਤਾਂ ਬਿੱਲ ਦੂਜੇ ਸਦਨ ਵਿੱਚ ਭੇਜਿਆ ਜਾਂਦਾ ਅਤੇ ਫਿਰ ਉਹਨੂੰ ਤਿੰਨੇ ਪੜਾਅ ਵਿੱਚ ਲੰਘਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਂਦਾ। ਜਦੋਂ ਰਾਸ਼ਟਰਪਤੀ ਮਨਜ਼ੂਰ ਕਰਨ ਦਾ ਸਾਈਨ ਕਰ ਦਿੰਦਾ ਤਾਂ ਉਹ ਬਿੱਲ ਕੀ ਹੋ ਜਾਂਦਾ, ਕਾਨੂੰਨ ਬਣ ਜਾਂਦਾ।